मेरे देश ਦੇ ਵਾਸੀਓ, ਤੁਹਾਡੇ ਨਾਲ ਇੱਕ ਵਿਚਾਰ ਸਾਂਝਾ ਕਰਨ ਦਾ ਮਨ ਬਣਾਇਆ। ਹੋ ਸਕਦਾ ਕਿ ਮੇਰਾ ਵਿਚਾਰ ਜਿਹੜਾ ਆ ਉਹ ਕਈਆਂ ਨੂੰ ਚੰਗਾ ਵੀ ਲੱਗੇ ਤੇ ਕਈਆਂ ਨੂੰ ਨਾ ਚੰਗਾ ਵੀ ਲੱਗੇ, ਪਰ ਮੈਂ ਇੱਕ ਤੁਹਾਡੇ ਮੂਹਰੇ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਆਪਣਾ ਵਿਚਾਰ ਜਿਹੜਾ ਪੇਸ਼ ਕਰਨਾ ਚਾਹੁੰਦਾ ਹਾਂ ਕਿ ਸਾਡੇ ਉਹ ਦੇਸ਼ ਦੇ ਉੱਤੇ 200 ਸਾਲ ਦੇ ਲਗਭਗ ਜਿਹੜਾ ਆ ਅੰਗਰੇਜ਼ਾਂ ਨੇ ਰਾਜ ਕੀਤਾ। ਉਸ ਤੋਂ ਬਾਅਦ ਸਾਡਾ ਦੇਸ਼ ਆਜ਼ਾਦ ਹੋਇਆ ਤੇ ਅੱਜ ਜਿਹੜਾ ਸਾਡੇ ਦੇਸ਼ ਨੂੰ 75 ਸਾਲ ਜੋ ਅਸੀਂ ਪਿਛਲੇ ਸਾਲ ਦੇ ਵਿੱਚ 75ਵਾਂ ਸੁਤੰਤਰਤਾ ਦਿਵਸ ਮਨਾਇਆ ਸੀ, ਪਰ ਅਸੀਂ ਪੀੜ੍ਹੀ ਦਰ ਪੀੜ੍ਹੀ ਸੁਣਦੇ ਆ ਰਹੇ ਹਾਂ ਕਿ ਜਦੋਂ ਅੰਗਰੇਜ਼ਾਂ ਦਾ ਰਾਜ ਸੀ, ਗੋਰਿਆਂ ਦਾ ਰਾਜ ਸੀ ਤੇ ਅਸੀਂ ਗੁਲਾਮਾਂ ਵਾਲੀ ਜ਼ਿੰਦਗੀ ਜੀ ਰਹੇ ਸੀ। ਕੀ ਮੈਂ ਪੁੱਛਣਾ ਚਾਹੁੰਦਾ ਕਿ ਅੱਜ ਅਸੀਂ ਜਿਹੜੀ ਆ ਆਜ਼ਾਦੀ ਦੇ ਨਾਲ ਜੀ ਰਹੇ ਹਾਂ, ਜਦ ਕਿ ਸਾਨੂੰ ਆਜ਼ਾਦੀ ਦਾ ਅਧਿਕਾਰ ਪ੍ਰਾਪਤ ਆ। ਇਸ ਸਾਰੇ ਸਿਸਟਮ ਦੇ ਜ਼ਿੰਮੇਵਾਰ ਕੌਣ ਆ? ਖੁਦ ਅਸੀਂ ਆਪ। ਕਾਰਨ ਕੀ ਆ ਕਿ ਅਸੀਂ ਜਦ ਤੋਂ ਲੈ ਕੇ ਦੇਸ਼ ਆਜ਼ਾਦ ਹੋਇਆ ਅਸੀਂ ਇੱਕੋ ਹੀ ਜਿਹੜੀ ਰੱਟ ਲਾ ਰਹੇ ਹਾਂ ਕਿ ਭ੍ਰਿਸ਼ਟਾਚਾਰ ਖਤਮ ਹੋਣਾ ਚਾਹੀਦਾ, ਰਿਸ਼ਵਤਖੋਰੀ ਖਤਮ ਹੋਣੀ ਚਾਹੀਦੀ ਆ, ਕਿਸੇ ਨਾਲ ਵੀ ਕੋਈ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਕੀ ਭ੍ਰਿਸ਼ਟਾਚਾਰ ਖਤਮ ਹੋਇਆ? ਕਿ ਰਿਸ਼ਵਤਖੋਰੀ ਖਤਮ ਹੋਈ? ਕਿ ਕਿਸੇ ਨਾਲ ਕੋਈ ਬੇਇਨਸਾਫੀ ਨਹੀਂ ਹੁੰਦੀ, ਕੋਈ ਬੇਇਨਸਾਫੀ ਦਾ ਸ਼ਿਕਾਰ ਨਹੀਂ ਹੁੰਦਾ? ਕੀ ਸਾਡੀਆਂ ਧੀਆਂ ਭੈਣਾਂ ਅੱਜ ਦੇ ਯੁੱਗ ਵਿੱਚ ਉਹਨਾਂ ਦੇ ਨਾਲ ਬਹੁਤ ਹੀ ਜਿਹੜੇ ਘਿਨਾਉਣੇ ਅਪਰਾਧ, ਸਰੀਰਕ ਸ਼ੋਸ਼ਣ ਨਹੀਂ ਹੁੰਦੇ? ਕਾਰਨ ਕੀ ਆ? ਸਭ ਤੋਂ ਵੱਡੀ ਘਾਟ ਆ ਸਾਡੇ ਅੰਦਰ ਕਿ ਸਾਨੂੰ ਸਾਡੇ ਅਧਿਕਾਰ ਨਹੀਂ ਪਤਾ, ਜਾਂ ਅਸੀਂ ਇਹਨਾਂ ਅਧਿਕਾਰਾਂ ਬਾਰੇ ਜਾਣਕਾਰੀ ਨਹੀਂ ਲੈਣੀ ਚਾਹੁੰਦੇ। ਪਰ ਜੇਕਰ ਅਸੀਂ ਆਪਣਾ ਸਮਾਂ, ਜੋ ਅੱਜ ਦਾ ਸੋਸ਼ਲ ਮੀਡੀਆ ਦਾ ਯੁੱਗ ਆ, ਤੇ ਸੋਸ਼ਲ ਮੀਡੀਆ ਦੇ ਉੱਤੇ ਦਾ ਇੱਕ ਜਿਹੜਾ ਆ ਸਾਡਾ ਆਮ ਜਿਹੜਾ ਨਾਗਰਿਕ, ਜਿਹਨੂੰ ਅਸੀਂ ਅਨਪੜ੍ਹ ਕਹਿ ਦਿੰਦੇ ਆ, ਉਹ ਵੀ ਜਿਹੜਾ ਆ ਸੋਸ਼ਲ ਮੀਡੀਆ ਦੇ ਵਿੱਚ ਅਜੋਕੇ ਯੁੱਗ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਿਸਟਮਾਂ ਦੇ ਨਾਲ ਜਿਹੜਾ ਆ ਆਪਣੇ ਅਧਿਕਾਰਾਂ ਤੋਂ ਜਾਣੂ ਹੋ ਸਕਦਾ। ਸਾਨੂੰ ਸਾਡੇ ਰਾਈਟਸ ਜਿਹੜੇ ਪਤਾ ਹੋਣੇ ਜਾਣੇ ਬਹੁਤ ਜ਼ਰੂਰੀ ਆ। ਤਾਂ ਹੀ ਜਿਹੜੀ ਰਿਸ਼ਵਤਖੋਰੀ, ਤਾਂ ਹੀ ਭ੍ਰਿਸ਼ਟਾਚਾਰ ਤੇ ਤਾਂ ਹੀ ਬੇਇਨਸਾਫੀਆਂ ਜਿਹੜੀਆਂ ਬੰਦ ਹੋ ਸਕਦੀਆਂ ਨੇ। ਕਿਉਂਕਿ ਜਦੋਂ ਇਨਸਾਨ ਪੈਦਾ ਹੁੰਦਾ ਉਹਨੂੰ ਰਾਈਟਸ ਜਿਹੜੇ ਪ੍ਰਾਪਤ ਹੋ ਜਾਂਦੇ ਆ ਕਾਨੂੰਨੀ ਤੌਰ ਤੇ, ਜਿਨ੍ਹਾਂ ਨੂੰ ਅਸੀਂ ਮਨੁੱਖੀ ਅਧਿਕਾਰਾਂ ਦਾ ਨਾਂ ਦਿੱਤਾ ਆ। ਤੇ ਅਧਿਕਾਰ ਸਭ ਦੇ ਬਰਾਬਰ, ਅਧਿਕਾਰਾਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਵਖਰੇਵਾਂ ਨਹੀਂ। ਧਰਮ ਦੇ ਨਾਂ ਦੇ ਉੱਤੇ ਅਧਿਕਾਰਾਂ ਨੂੰ ਨਹੀਂ ਵੰਡਿਆ ਜਾ ਸਕਦਾ। ਸਾਨੂੰ ਪੂਰਨ ਆਜ਼ਾਦੀ ਆ ਕਿ ਅਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ। ਇਸੇ ਹੀ ਤਰ੍ਹਾਂ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ, ਅਮੀਰੀ ਗਰੀਬੀ ਦਾ ਕੋਈ ਵਿਤਕਰਾ ਨਹੀਂ ਕੀਤਾ ਜਾ ਸਕਦਾ, ਤੇ ਊਚ ਨੀਚ ਦਾ ਵੀ। ਨਾ ਤੇ ਧਰਮ ਦੇ ਨਾਂ ਤੇ ਸਾਡੇ ਅਧਿਕਾਰ ਜਿਹੜੇ ਵੱਖ-ਵੱਖ, ਤੇ ਨਾ ਹੀ ਕਿਸੇ ਜਾਤ ਪਾਤ ਦੇ ਨਾਂ ਤੇ ਸਾਡੇ ਅਧਿਕਾਰ ਵੱਖ-ਵੱਖ, ਤੇ ਨਾ ਹੀ ਊਚ ਨੀਚ ਦੇ ਵਿਤਕਰੇ ਨਾਲ ਸਾਡੇ ਅਧਿਕਾਰ ਵੱਖ-ਵੱਖ, ਤੇ ਨਾ ਹੀ ਅਮੀਰੀ ਗਰੀਬੀ ਦਾ ਵਖਰੇਵਾਂ ਪਾ ਕੇ ਸਾਡੇ ਅਧਿਕਾਰਾਂ ਨੂੰ ਵੰਡਿਆ ਜਾ ਸਕਦਾ, ਤੇ ਨਾ ਹੀ ਜਿਹੜਾ ਆ ਕਿ ਇਸਤਰੀ ਤੇ ਮਰਦ, ਔਰਤ ਤੇ ਮਰਦ, ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਅਧਿਕਾਰਾਂ ਦੇ ਨਾਂ ਦੇ ਉੱਤੇ ਵਖਰੇਵਾਂ ਆ। ਬਹੁਤ ਹੀ ਮਹਾਨ ਸ਼ਖਸੀਅਤ, ਪੂਜਣਯੋਗ ਹਸਤੀ ਡਾਕਟਰ ਅੰਬੇਦਕਰ ਜੀ ਭੀਮ ਰਾਓ ਸਾਹਿਬ ਨੇ ਸਾਡੇ ਦੇਸ਼ ਦੇ ਸਿਸਟਮ ਨੂੰ ਚਲਾਉਣ ਵਾਸਤੇ ਸੰਵਿਧਾਨ ਦੀ ਰਚਨਾ ਕੀਤੀ। ਸੰਵਿਧਾਨ ਦੀ ਰਚਨਾ ਹੋਣ ਤੋਂ ਬਾਅਦ ਸੰਵਿਧਾਨ ਦੇ ਉੱਤੇ ਹੀ ਸਾਰਾ ਜਿਹੜਾ ਸਾਡਾ ਸਿਸਟਮ ਆ ਉਹ ਚੱਲ ਰਿਹਾ ਆ, ਤੇ ਸਾਡੇ ਅਧਿਕਾਰ ਜਿਹੜੇ ਆ ਉਹ ਲਿਖੇ ਗਏ
ਤੇ ਅਧਿਕਾਰਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ। ਘਾਟ ਹੈ ਸਾਡੇ ਅੰਦਰ ਕਿ ਸਾਨੂੰ ਖੁਦ ਨੂੰ ਸਾਡੇ ਅਧਿਕਾਰਾਂ ਬਾਰੇ ਪਤਾ ਨਹੀਂ, ਅਸੀਂ ਅਧਿਕਾਰਾਂ ਤੋਂ ਜਾਣੂ ਨਹੀਂ ਜਾਂ ਅਸੀਂ ਜਾਣੂ ਨਹੀਂ ਹੋਣਾ ਚਾਹੁੰਦੇ। ਫਿਰ ਸਾਡਾ ਜਿਹੜਾ ਹੋਕਾ, ਜਿਹੜੀ ਅਸੀਂ ਆਵਾਜ਼ ਉਠਾਉਂਦੇ ਹਾਂ, ਬੜੇ ਪੁਰਾਣੇ ਸਮਿਆਂ ਤੋਂ ਲੈ ਕੇ ਉਠਾਉਂਦੇ ਆ ਰਹੇ ਹਾਂ ਕਿ ਜਿਹੜਾ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਜਾਂ ਬੇਇਨਸਾਫੀ ਬੰਦ ਹੋਵੇ, ਉਹ ਤਦ ਹੀ ਬੰਦ ਹੋ ਸਕਦੀ ਆ ਜੇ ਅਸੀਂ ਆਪਣੇ ਅਧਿਕਾਰਾਂ ਤੋਂ ਜਾਣੂ ਹੋਵਾਂਗੇ। ਸਾਡੇ ਜੋ ਅਧਿਕਾਰ ਲਿਖੇ ਗਏ, ਉਹਨਾਂ ਅਧਿਕਾਰਾਂ ਦੇ ਵਿੱਚ ਲਿਖਿਆ ਕਿ ਜੋ ਕੋਈ ਬੱਚਾ ਪੜ੍ਹਨਾ ਚਾਹੁੰਦਾ ਉਹਨੂੰ ਜਿਹੜੀ ਮੁਫਤ ਵਿੱਦਿਆ ਪ੍ਰਾਪਤ ਕਰਨ ਦਾ ਅਧਿਕਾਰ ਆ। ਜੇ ਕੋਈ ਸਾਡੇ ਦੇਸ਼ ਦਾ ਨਾਗਰਿਕ ਉਹ ਕਿਸੇ ਬਿਮਾਰੀ ਤੋਂ ਪੀੜਤ ਆ ਤੇ ਉਹਨੂੰ ਸਰਕਾਰ ਵੱਲੋਂ ਜਿਹੜੀ ਆ ਮੁਫਤ ਦਵਾਈਆਂ, ਮੁਫਤ ਡਾਕਟਰੀ ਜਿਹੜੀ ਸਹਾਇਤਾ ਪ੍ਰਾਪਤ ਕਰਨ ਦਾ ਅਧਿਕਾਰ ਹੈ। ਇਸੇ ਹੀ ਤਰ੍ਹਾਂ ਸਾਡੇ ਦੇਸ਼ ਦਾ ਕੋਈ ਵੀ ਵਾਸੀ ਭੁੱਖਮਰੀ ਦਾ ਸ਼ਿਕਾਰ ਨਹੀਂ ਹੋ ਸਕਦਾ। ਉਹ ਗੌਰਮੈਂਟ ਤੋਂ ਉਸ ਨੂੰ ਰਾਸ਼ਨ ਪ੍ਰਾਪਤ ਕਰਨ ਦਾ, ਆਪਣੀ ਭੁੱਖ ਮਿਟਾਉਣ ਦਾ ਪੂਰਾ ਅਧਿਕਾਰ ਹੈ। ਇਸੇ ਹੀ ਤਰ੍ਹਾਂ ਸਾਨੂੰ ਨਿਆਂ ਲੈਣ ਦਾ ਪੂਰਾ ਅਧਿਕਾਰ ਹੈ, ਜੋ ਕਿ ਸਾਡੀ ਸਰਕਾਰ ਵੱਲੋਂ ਵੱਖ-ਵੱਖ ਅਦਾਲਤਾਂ ਦੇ ਵਿੱਚ ਇੱਕ ਵਿਭਾਗ ਜਿਹੜਾ ਤਿਆਰ ਕੀਤਾ ਗਿਆ, ਜਿਸ ਤੋਂ ਅਸੀਂ ਜਿਹੜੀ ਸਾਨੂੰ ਮੁਫਤ ਜਿਹੜੀ ਆ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦਾ ਵੀ ਅਧਿਕਾਰ ਹੈ। ਸੋ ਮੈਂ ਇਹ ਵਿਚਾਰ ਸਾਰਿਆਂ ਨਾਲ ਸਾਂਝਾ ਕਰ ਰਿਹਾ ਕਿ ਆਓ ਸਾਡੀ ਆਉਣ ਵਾਲੀ ਜਨਰੇਸ਼ਨ, ਸਾਡੀ ਨਵੀਂ ਪੀੜ੍ਹੀ, ਜੋ ਅਸੀਂ ਕਹਿ ਰਹੇ ਕਿ ਵਿਦੇਸ਼ਾਂ 'ਚ ਜਾ ਰਹੇ ਜਾਂ ਇੱਥੇ ਅਸੀਂ ਨਿੱਤ ਪ੍ਰਤੀ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਜਾਂ ਅਸੀਂ ਖੁਦ ਆਪ ਜਿਹੜਾ ਬੇਇਨਸਾਫੀਆਂ ਦਾ ਸ਼ਿਕਾਰ ਹੋ ਰਹੇ, ਇਹ ਸਾਰੇ ਸਿਸਟਮ ਨੂੰ ਸਹੀ ਕਰਨ ਵਾਸਤੇ ਵੱਧ ਤੋਂ ਵੱਧ ਸਾਨੂੰ ਆਪਣੇ ਅਧਿਕਾਰਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਸੋ ਆਪਣੇ ਅਧਿਕਾਰਾਂ ਦੇ ਬਾਰੇ ਜਾਣਕਾਰੀ ਲਵੋ, ਤਾਂ ਹੀ ਜਾ ਕੇ ਸਾਡੇ ਜਿਹੜਾ ਦੇਸ਼ ਦਾ ਸਿਸਟਮ ਆ ਉਹ ਸਹੀ ਤਰੀਕੇ ਦੇ ਨਾਲ ਜਿਹੜਾ ਚੱਲ ਸਕਦਾ, ਤੇ ਤਾਂ ਹੀ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਤੇ ਬੇਇਨਸਾਫੀ ਬੰਦ ਹੋ ਸਕਦੀ ਹੈ। ਸੋ ਸਾਡੀ ਸੰਸਥਾ ਯੂਨਾਈਟਿਡ ਵੂਮਨ ਰਾਈਟ ਫਰੰਟ, ਜੋ ਕਿ ਸਮੁੱਚੇ ਪੰਜਾਬ ਦੇ ਵਿੱਚ ਵੱਖ-ਵੱਖ ਜਿਹੜੇ ਕੈਂਪ ਲਾ ਕੇ ਪਬਲਿਕ ਨੂੰ, ਜਨਤਾ ਨੂੰ ਉਹਨਾਂ ਦੇ ਬਣਦੇ ਅਧਿਕਾਰਾਂ ਬਾਰੇ ਜਾਣਕਾਰੀ ਦੇਣ ਦੀ ਸੇਵਾ ਨਿਭਾ ਰਹੀ ਆ, ਉਹਦੇ ਨਾਲ ਅਸੀਂ ਹੋਰ ਵੀ, ਜਿਵੇਂ ਕੋਈ ਰਾਸ਼ਨ ਕਿਸੇ ਲੋੜਵੰਦ ਨੂੰ ਦੇਣ ਦੀ, ਜਾਂ ਕਿਸੇ ਲੋੜਵੰਦ ਨੂੰ ਕੱਪੜੇ ਦੀ ਜ਼ਰੂਰਤ ਹੋਵੇ, ਜਾਂ ਕਿਸੇ ਲੋੜਵੰਦ ਨੂੰ ਦਵਾਈ ਦੀ ਜ਼ਰੂਰਤ ਹੋਵੇ, ਅਸੀਂ ਆਪਣੀ ਸਮਰੱਥਾ ਅਨੁਸਾਰ ਆਪਣੇ ਆਪ ਜਿੰਨਾ ਕੁ ਯੋਗ, ਜਿੰਨੀ ਕੁ ਅਸੀਂ ਮਦਦ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਕਰ ਸਕਦੇ ਹਾਂ, ਕਰ ਰਹੇ ਹਾਂ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਸਾਡੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ ਸਾਡਾ ਹਰ ਦੇਸ਼ ਵਾਸੀ ਆਪਣੇ ਅਧਿਕਾਰਾਂ ਤੋਂ ਜਾਣੂ ਹੋਵੇ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਆਪਣੇ ਦੇਸ਼ ਦੇ ਵਿੱਚੋਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਬੇਇਨਸਾਫੀਆਂ, ਧੱਕੇਸ਼ਾਹੀਆਂ ਨੂੰ ਬੰਦ ਕਰਦੇ ਹੋਏ, ਇਹਨਾਂ ਦਾ ਪੂਰਨ ਤੌਰ ਤੇ ਖਾਤਮਾ ਕਰਦੇ ਹੋਏ, ਸਾਡੇ ਦੇਸ਼ ਦੇ ਸਿਸਟਮ ਨੂੰ ਸਹੀ ਲੀਹਾਂ ਤੇ ਲੈ ਕੇ ਆਈਏ, ਤੇ ਸੱਚਾ ਜਿਹੜਾ ਸਾਨੂੰ ਸ਼ਾਸਨ ਆ ਉਹ ਪ੍ਰਾਪਤ ਹੋਵੇ। ਸੋ ਸਾਰਿਆਂ ਨੂੰ ਇਹ ਅਪੀਲ ਆ, ਬੇਨਤੀ ਆ, ਤੇ ਸਵੀਕਾਰ ਕਰਨਾ ਤੇ ਸਾਡਾ ਸਾਥ ਦਿਓ ਵੱਧ ਤੋਂ ਵੱਧ। ਆਓ ਰਲ ਮਿਲ ਕੇ ਇਹ ਮੁਹਿੰਮ ਜਿਹੜੀ ਆ ਇਹਨੂੰ ਅੱਗੇ ਵਧਾਈਏ, ਇਸ ਆਵਾਜ਼ ਨੂੰ ਬੁਲੰਦ ਕਰੀਏ, ਤੇ ਹਰ ਇੱਕ ਨਾਗਰਿਕ ਨੂੰ ਉਹਦੇ ਅਧਿਕਾਰਾਂ ਤੋਂ ਜਾਣੂ ਕਰਵਾਈਏ, ਤੇ ਸਾਡੇ ਦੇਸ਼ ਦੇ ਸਿਸਟਮ ਨੂੰ ਸਹੀ ਲੀਹਾਂ ਦੇ ਉੱਤੇ ਲੈ ਕੇ ਆਈਏ, ਸਾਡੇ ਦੇਸ਼ ਨੂੰ
ਤਰੱਕੀ ਵੱਲ, ਆਪਣੇ ਆਪ ਦੀ ਤਰੱਕੀ, ਆਪਣੇ ਨਾਲ ਹੋ ਰਹੀਆਂ ਬੇਇਨਸਾਫੀਆਂ ਤੋਂ ਬਚਾਉਣ ਵਾਸਤੇ ਅਧਿਕਾਰਾਂ ਦੀ ਜਾਣਕਾਰੀ ਲਈਏ ਤੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਜਿਹੜੇ ਆ ਹਰ ਇੱਕ ਨਾਗਰਿਕ ਤੱਕ, ਹਰ ਦੇਸ਼ ਵਾਸੀ ਤੱਕ ਪਹੁੰਚਾਓ।